हाँ जी सर, आज जी प्रेस कॉन्फ्रेंस की जी दोस्तों, थैंक यू वेरी मच। ਅੱਜ ਦੀ ਪ੍ਰੈਸ ਕਾਨਫਰੰਸ ਕਿਸਾਨ ਅੰਦੋਲਨ ਦੇ ਵਿਸ਼ੇ ਦੇ ਉੱਤੇ, ਉਹ ਅੰਦੋਲਨ ਜਿਹੜਾ ਵਿਸ਼ਵ ਪ੍ਰਸਿੱਧ ਆ, ਉਹ ਅੰਦੋਲਨ ਜਿਹਨੂੰ ਪੂਰੀ ਦੁਨੀਆ 'ਚ ਵਸਦੇ ਨਿਆਂ ਪਸੰਦ ਲੋਕਾਂ ਦੀ ਹਮਾਇਤ ਆ, ਉਹ ਅੰਦੋਲਨ ਜਿਹੜਾ ਮੈਜੋਰਿਟੀ ਦੇ ਵਿੱਚ ਦੇਸ਼ ਵਾਸੀਆਂ, ਕਿਸਾਨ ਤੇ ਖੇਤ ਮਜ਼ਦੂਰ ਤੇ ਹਰ ਘਰ ਜਿਹਦੇ ਚੁੱਲ੍ਹਾ ਜਲਦਾ, ਹਰ ਅੰਨ ਖਾਣ ਵਾਲੇ ਪਰਿਵਾਰ ਤੇ ਭਾਰਤ ਦੇ ਨਾਗਰਿਕਾਂ ਦੇ ਨਾਲ ਜੁੜਿਆ ਹੋਇਆ। ਦੋਸਤੋ, ਤੁਹਾਨੂੰ ਯਾਦ ਹੋਊਗਾ ਜਦੋਂ ਇਹ ਖੇਤੀ ਸੁਧਾਰ ਆਰਡੀਨੈਂਸ ਆਏ ਤੇ ਅਸੀਂ ਉਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਸਦਾਉਣ ਵਾਸਤੇ ਅਸੀਂ ਜਲਿਆਂਵਾਲਾ ਬਾਗ ਤੋਂ ਇੱਕ ਸਾਈਕਲ ਯਾਤਰਾ, ਮੇਰਾ ਖਿਆਲ 350 ਕਿਲੋਮੀਟਰ ਮੁੱਖ ਮੰਤਰੀ ਦੇ ਘਰ ਤੱਕ 5 ਦਿਨ 4 ਰਾਤਾਂ ਅਸੀਂ ਸੜਕਾਂ ਤੇ ਰਹੇ। ਬੜਾ ਮਜ਼ਾਕ ਉਡਾਇਆ ਇਹਨਾਂ ਲੋਕਾਂ ਨੇ, ਖਾਸ ਕਰਕੇ ਬਾਦਲ ਕੁਨਵੇ ਨੇ, ਕਿ ਇਹਨਾਂ ਨੂੰ ਕੀ ਪਤਾ ਹੈ ਤਾਂ ਐਵੇਂ ਸਾਈਕਲਾਂ ਦੀਆਂ ਕਾਠੀਆਂ ਤੋੜਦੇ ਆ। ਤੇ ਔਨ ਰਿਕਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਟੇਟਮੈਂਟ, ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਨ ਰਿਕਾਰਡ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਿਆਨਾਤ ਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਸ ਵੇਲੇ ਕੈਬਨਿਟ ਵਜ਼ੀਰ ਸੀਗੇ ਤੇ ਉਹਨਾਂ ਨੇ ਇਸ ਆਰਡੀਨੈਂਸ ਦੇ ਉੱਤੇ ਸਾਈਨ ਕੀਤੇ। ਇਹ ਬੱਚਾ ਜਾਣਦਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਤੇ ਬਾਦਲ ਕੁਨਵੇ ਦੀ ਮਜਬੂਰੀ ਬਣ ਗਈ। ਮਜਬੂਰੀ ਦੇ ਤਹਿਤ ਬੀਬੀ ਹਰਸਿਮਰਤ ਕੌਰ ਬਾਦਲ ਡੈਮੋਕ੍ਰੇਸੀ ਦਾ ਜਿਹੜਾ ਸਭ ਤੋਂ ਵੱਡਾ ਥੰਮ ਹੈਗਾ ਉਹ ਸਾਡੇ ਦੇਸ਼ ਭਾਰਤ ਕੋਲੇ ਆ। ਐਂਡ ਡੈਮੋਕ੍ਰੇਸੀ ਦੇ ਵਿੱਚ ਜਨਤਾ ਜਨਾਰਦਨ ਲੋਕਾਂ ਤੋਂ ਉੱਤੇ ਕੁਝ ਨਹੀਂ, ਇਹ ਹੋਕਾ ਦੇਣ ਵਾਸਤੇ ਪਿਛਲੇ 9 ਮਹੀਨਿਆਂ ਤੋਂ ਵੱਧ ਉਹ ਮੋਰਚਾ ਬਾਖੂਬੀ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਹਿਬਾਨ ਬਾਖੂਬੀ ਮੋਰਚਾ ਚਲਾ ਰਹੇ ਹਨ। ਇਹ ਦਿਨ ਆਉਣਾ ਜਦੋਂ ਮੋਦੀ ਦੀ ਸਰਕਾਰ ਨੂੰ ਝੁਕਣਾ ਪੈਣਾ ਤੇ ਤਿੰਨੋਂ ਕਿਸਾਨ ਨੂੰ ਤੇ ਖੇਤ ਮਜ਼ਦੂਰ ਨੂੰ ਖਤਮ ਕਰਨ ਲਈ, ਸਾਂਝੇ ਪੰਜਾਬ ਦੀ ਹੋਂਦ ਖਤਮ ਕਰਨ ਲਈ, ਸਾਂਝਾ ਪੰਜਾਬ ਮਤਲਬ ਹਰਿਆਣਾ, ਪੰਜਾਬ ਤੇ ਕੁਝ ਪਾਰਟ ਹਿਮਾਚਲ ਦਾ, ਇਹ ਹੋਂਦ ਖਤਮ ਕਰਨ ਵਾਸਤੇ ਜਿਹੜੇ ਕਾਨੂੰਨ ਆ ਇਹ ਵਾਪਸ ਲੈਣੇ ਪੈਣੇ ਆ। ਹੁਣ ਗੱਲ ਕਿੱਥੇ ਆ ਗਈ? ਹੁਣ ਗੱਲ ਆ ਗਈ ਕਾਂਗਰਸ ਪਾਰਟੀ ਦਾ। ਆਹ ਦੇਖੋ, ਇਹ ਫਲਾਨੀ ਪਾਰਟੀ ਨਾਲ ਸੰਬੰਧਿਤ ਹੈਗਾ। ਸੋ ਇੰਨੀ ਛੇਤੀ ਡਿਟੈਕਟ ਕਰ ਲਿਆ ਇਹਨਾਂ ਨੇ, ਇੰਨੀ ਛੇਤੀ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ ਉਹਨਾਂ ਦੇ ਵੀਡੀਓਜ਼ ਵੀ ਆ ਰਹੇ ਆ ਵੀ ਅਸੀਂ ਵੋਟਰ ਹੈਗੇ ਆ। 2017 ਦੇ ਵਿੱਚ ਕੋਈ ਕਹਿੰਦਾ ਮੈਂ ਨਹੀਂ। ਇਹ ਝੱਟ ਦੇਣੇ ਦੀ ਅੱਜ ਉਹ ਲੋਕ ਜਿਹੜੇ 10 ਸਾਲ ਸੱਤਾ ਤੇ ਰਹੇ, ਅੱਜ ਫਟਾਫਟ ਫੋਟੋਆਂ ਵਾਇਰਲ ਕਰ ਰਹੇ ਆ ਵੀ ਆਹ ਲਓ ਜੀ, ਇਹ ਕਿਸਾਨਾਂ ਦੇ ਭੇਸ ਦੇ ਵਿੱਚ ਫਲਾਣੇ ਬੰਦੇ ਆ। ਦੋਸਤੋ, ਕਿਸਾਨੀ ਪਹਿਲਾਂ। ਜੇ ਕੋਈ ਮੈਨੂੰ ਪੁੱਛ ਲਵੇ ਵੀ ਤੇਰੇ ਵਾਸਤੇ ਪਾਰਟੀ ਪਹਿਲਾਂ ਜਾਂ ਕਿਸਾਨ ਪਹਿਲਾਂ, ਤਾਂ ਮੈਂ ਕਹੂੰਗਾ ਕਿ ਸਾਡੀ ਧੁਰਾ ਪੰਜਾਬ ਦਾ, ਖੇਤੀਬਾੜੀ ਦਾ, ਕਿਸਾਨ ਦਿਲ ਹੈਗਾ ਪੰਜਾਬ ਦਾ, ਖੇਤੀਬਾੜੀ ਦਿਲ ਆ ਪੰਜਾਬ ਦਾ, ਸਭ ਤੋਂ ਪਹਿਲਾਂ ਖੇਤੀਬਾੜੀ ਆ। ਸੋ ਅੱਜ ਇਹ ਲੋਕ ਵੱਡੇ ਪੋਸਟਰ ਬਣਾਉਂਦੇ ਆ, ਸ਼ਰਮ ਆਉਣੀ ਚਾਹੀਦੀ ਆ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪੰਜਾਬ ਦੇ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦ ਕਰੋ ਉਹ ਵੇੜਾ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਬਾਬਤ ਬਾਦਲ ਹਕੂਮਤ ਵੇਲੇ ਕੰਧਾਂ ਦੇ ਉੱਤੇ ਪੋਸਟਰ ਲਾਏ ਗਏ। ਇਹਨਾਂ ਕੋਲ ਉਦੋਂ ਤਾਂ ਫੜੇ ਨਹੀਂ ਗਏ ਕਿ ਕੰਧਾਂ ਦੇ ਉੱਤੇ ਪੋਸਟਰ ਕੌਣ ਲਾ ਗਿਆ, ਤੇ ਉਦੋਂ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਨ। ਗੁਰੂ ਗ੍ਰੰਥ ਸਾਹਿਬ ਚੋਰੀ ਹੋਏ, ਫਿਰ ਪੋਸਟਰ ਲੱਗੇ। ਉਹਨਾਂ ਨੇ ਕਿਹਾ ਵੀ ਤੁਹਾਡਾ ਬਾਪ ਚੋਰੀ ਕਰ ਲਿਆ, ਜੇ ਹਿੰਮਤ ਹੈਗੀ ਹੈ ਤਾਂ ਲੱਭ ਲਓ ਤੁਸੀਂ। ਇਹ ਗ੍ਰਹਿ ਮੰਤਰੀ ਤੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਹ ਕਹਿੰਦੇ ਸੀਗੇ ਕਿ ਕਾਕਾ ਮੈਨੂੰ ਤਾਂ ਸੜਕ ਤੇ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ, ਮੇਰੀ ਇੰਨੀ ਵਿਜੀਲੈਂਸੀ ਆ। ਇਹਨਾਂ ਕੋਲੋਂ ਉਹ ਬੰਦੇ ਫੜੇ ਨਹੀਂ ਗਏ। ਇਹਨਾਂ ਦੇ ਕੋਲੋਂ ਜਿਹੜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੀ ਸੰਗਤ ਰੋਸ ਵਜੋਂ, ਗੁਰੂ ਗ੍ਰੰਥ ਸਾਹਿਬ ਦਾ ਅੰਗ ਰੂੜੀਆਂ ਤੇ ਰੂੜਿਆ ਗਿਆ, ਉਹਦੇ ਪਛਤਾਤਾਪ ਵਾਸਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਅਣਪਛਾਤੀ ਪੁਲਿਸ। ਇਹ ਕਹਿੰਦੇ ਨਾ ਵੀ ਅਸੀਂ ਅਣਪਛਾਤੇ ਲੋਕ ਲੈ ਕੇ ਆਏ ਆ, ਕੋਈ ਝਾੜੂ ਨਾਲ ਸੰਬੰਧਿਤ ਆ, ਕੋਈ ਕਾਂਗਰਸ ਨਾਲ ਸੰਬੰਧਿਤ ਆ। ਤੁਸੀਂ ਜਦੋਂ ਗ੍ਰਹਿ ਮੰਤਰੀ ਸੀ, ਤੁਹਾਡੇ ਪਿਤਾ ਜੀ ਮੁੱਖ ਮੰਤਰੀ ਸੀ, ਤੁਹਾਡੇ ਕੁਨਵੇ ਦੀ ਸਰਕਾਰ ਸੀ, ਤੁਹਾਡੇ ਸਮੇਂ ਤਾਂ ਪੁਲਿਸ ਵੀ ਅਣਪਛਾਤੀ ਹੋ ਗਈ। ਹੁਣ ਤੁਸੀਂ ਬੜੀ ਛੇਤੀ ਸਾਰਾ ਕੁਝ ਲੱਭ ਕੇ ਇਹ
ਸਾਬਤ ਕਰਨ ਦੇ ਯਤਨਾਂ 'ਚੋਂ ਕਿ ਇਹ ਰਾਜਨੀਤਿਕ ਤੌਰ ਤੇ ਤੁਹਾਡਾ ਵਿਰੋਧ ਹੋ ਰਿਹਾ। ਕੋਈ ਰਾਜਨੀਤਿਕ ਤੌਰ ਤੇ ਵਿਰੋਧ ਨਹੀਂ ਹੋ ਰਿਹਾ। ਮੈਂ ਦੱਸਣਾ ਚਾਹੂੰਗਾ ਕਿ ਇਹ ਪੰਜਾਬ ਦੀ ਜਨਤਾ ਕਦੇ ਨਹੀਂ ਭੁੱਲੂਗੀ। ਤੁਸੀਂ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਮਨਤਾਰ ਬਰਾੜ ਨੂੰ ਆਪਣਾ ਉਮੀਦਵਾਰ ਘੋਸ਼ਿਤ ਕਰਕੇ। ਉਹ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਅਪਮਾਨ ਸਾਰੇ ਕਿੱਸੇ ਦੇ ਵਿੱਚ 4 ਸ਼ੀਟਰ ਹੋਵੇ, ਜਿਹਦੇ ਉੱਤੇ 4 ਸ਼ੀਟ ਫਰੇਮ ਹੋਈ ਹੋਵੇ, ਜਿਹੜਾ ਜ਼ਮਾਨਤ ਤੇ ਹੋਵੇ। ਅਕਾਲੀ ਦਲ ਐਸੇ ਬਾਦਲ ਕੁਨਵੇ ਦੇ ਹੱਥਾਂ 'ਚ ਆ ਗਿਆ। ਦੇਖੋ ਕਿੱਡਾ ਮੂਰਖਮਤੀ ਵਾਲਾ ਫੈਸਲਾ ਕਿ ਤੁਸੀਂ ਚੱਕ ਕੇ ਉਹਨੂੰ ਆਪਣਾ ਐਮਐਲਏ ਦਾ ਉਮੀਦਵਾਰ ਅਨਾਉਂਸ ਕਰ ਦਿੱਤਾ। ਸੋ ਅੱਜ ਜਿਹੜਾ ਅਕਾਲੀ ਦਲ ਰੌਲਾ ਪਾ ਰਿਹਾ, ਅਣਪਛਾਤੇ ਫਲਾਣੇ ਫਲਾਣੇ ਫਲਾਣੇ, ਇਹ ਫਲਾਨੀ ਪਾਰਟੀ ਨੇ, ਇਹ ਫਲਾਨੀ ਪਾਰਟੀ ਨਾਲ, ਇਹਨਾਂ ਨੂੰ ਆਪਣੇ ਗਿਰੇਵਾਨ ਦੇ ਵਿੱਚ ਝਾਕਣ ਦੀ ਲੋੜ ਹੈ। ਜਦੋਂ ਤੁਸੀਂ ਪਾਵਰ ਦੇ ਵਿੱਚ ਸੀਗੇ, ਸੱਤਾ 'ਚ ਸੀਗੇ, ਤੁਹਾਨੂੰ ਨਹੀਂ ਲੱਭੇ ਪੋਸਟਰ ਲਾਉਣ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਲੋਕ, ਤੁਹਾਨੂੰ ਅਣਪਛਾਤੇ ਪੁਲਿਸ ਅਫਸਰ ਨਹੀਂ ਲੱਭੇ। ਤੁਹਾਡੀਆਂ ਅੱਖਾਂ ਦੇ ਉੱਤੇ ਸੱਤਾ ਦੀ ਚਰਬੀ ਆਈ ਹੋਈ ਸੀ, ਪਟਾ ਚੜਿਆ ਹੋਇਆ ਸੀ ਸੱਤਾ ਦਾ, ਤੇ ਤੁਸੀਂ ਅੱਜ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹੋ। ਸੋ ਮੇਰੀ ਪੰਜਾਬ ਦੇ ਆਵਾਮ ਨੂੰ ਅਪੀਲ ਹੈ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਹਿਬਾਨ ਬੜੀ ਸੂਝਵਾਨਤਾ ਦੇ ਨਾਲ ਮੋਰਚਾ ਚਲਾ ਰਹੇ। ਮੇਰੀ ਅਪੀਲ ਤੇ ਬੇਨਤੀ ਹੈ, ਅੱਜ ਖੁੱਲਾ ਚਿੱਠਾ ਜਾਰੀ ਕਰ ਦਿੱਤਾ ਕੱਲ ਇਹਨਾਂ ਨੇ ਕਿ ਅਸੀਂ ਸਾਰੇ ਲੀਡਰਸ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਬੈਠ ਜਾਓ। ਤੁਹਾਡੇ ਨਾਲ ਬੈਠੇ ਕੌਣ? ਤੁਹਾਡੀ ਕਿਸੇ ਕਰਤੂਤ ਦਾ ਲੋਕਾਂ ਨੂੰ ਨਾ ਪਤਾ ਹੋਵੇ, ਕਿਸਾਨਾਂ ਨੂੰ ਨਾ ਪਤਾ ਹੋਵੇ, ਕਿਸਾਨ ਲੀਡਰਸ ਨੂੰ ਨਾ ਪਤਾ ਹੋਵੇ, ਪੰਜਾਬ ਦੇ ਲੋਕਾਂ ਨੂੰ ਨਾ ਪਤਾ, ਫਿਰ ਤਾਂ ਤੁਸੀਂ ਕਹੋ। ਸੋ ਇਹ ਨਟੰਕੀ ਤੇ ਡਰਾਮੇਬਾਜ਼ੀ ਸਿਰਫ ਤੇ ਸਿਰਫ ਹੁਸੈਨ ਸੁਪਨੇ ਦੇਖ ਰਹੇ ਆ ਕਿ 2022 ਦੇ ਵਿੱਚ ਸਾਡੀ ਸਰਕਾਰ, ਇਹ ਸਰਕਾਰ ਬਣਾਉਣ ਦੇ ਚੱਕਰਾਂ ਦੇ ਵਿੱਚ ਇਹਨਾਂ ਨੂੰ ਭੁੱਲ ਗਿਆ ਕਿਸਾਨ ਮੋਰਚਾ, ਕਿਸਾਨ ਅੰਦੋਲਨ, ਇਹਨਾਂ ਨੂੰ ਭੁੱਲ ਗਏ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਬਣੇ ਹੋਏ ਤਿੰਨੋਂ ਕਾਨੂੰਨ ਰੱਦ ਕਰਾਉਣ ਵਾਸਤੇ ਉਸ ਮੋਰਚੇ ਨੂੰ ਮਜ਼ਬੂਤ ਕਰਨਾ ਭੁੱਲੇ ਹੋਏ ਆ ਸਾਰਾ ਕੁਝ। ਸੋ ਮੈਂ ਆਸ ਕਰੂੰਗਾ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ ਵੀ ਇਹ ਜਿਹੜੇ ਅੱਜ ਬਾਦਲ ਕੁਨਬਾ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ, ਜਿਨ੍ਹਾਂ ਨੇ ਵੋਟ ਤਾਂ ਕਿਸੇ ਨਾ ਕਿਸੇ ਨੂੰ ਪਾਉਣੀ ਹੈ ਨਾ, ਅੱਜ ਉਹਨਾਂ ਨੂੰ ਕਿਸਾਨ ਪਰੇ ਕਰਕੇ ਇਹ ਗੱਲ ਗਰਦਾਨਣ ਦੇ ਯਤਨਾਂ 'ਚ ਵੀ ਇਹ ਰਾਜਨੀਤਿਕ ਤੌਰ ਤੇ ਸਾਡਾ ਵਿਰੋਧ ਹੋ ਰਿਹਾ। ਬਿਲਕੁਲ ਗਲਤ ਗੱਲ ਹੈਗੀ ਆ। ਕੋਈ ਰਾਜਨੀਤਿਕ ਤੌਰ ਤੇ ਵਿਰੋਧ ਨਹੀਂ, ਕੋਈ ਪ੍ਰੀ ਪਲਾਨਡ ਤਿਆਰ ਕੀਤਾ ਹੋਇਆ ਵਿਰੋਧ ਨਹੀਂ। ਇਹ ਵਿਰੋਧ ਪੰਜਾਬੀਆਂ ਦੇ ਮਨਾਂ ਦੇ ਅੰਦਰ, ਦਿਲਾਂ ਦੇ ਅੰਦਰ, ਜਿਹੜਾ 10 ਸਾਲ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ, ਤੁਸੀਂ ਇਹ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਨੀਂਹ ਰੱਖੀ ਹੈ, ਅੱਜ ਉਸ ਰੱਖੀ ਹੋਈ ਨੀਂਹ ਦਾ ਵਿਰੋਧ ਆ। ਤੁਸੀਂ ਜੋ ਮਰਜ਼ੀ ਕਰ ਲਓ, ਪੰਜਾਬ ਦੇ ਲੋਕ, ਪੰਜਾਬ ਦਾ ਕਿਸਾਨ, ਪੰਜਾਬ ਦਾ ਦਲਿਤ ਖੇਤ ਮਜ਼ਦੂਰ ਕਦੇ ਤੁਹਾਨੂੰ ਮਾਫ ਨਹੀਂ ਕਰੂਗਾ। ਗਾਂ ਸਾਹਿਬ, ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲਗਾਤਾਰ ਜਿਵੇਂ ਤੁਸੀਂ 100 ਰੈਲੀਆਂ ਦਾ ਜ਼ਿਕਰ ਕੀਤਾ, ਪੋਸਟਪੋਨ ਕਰ ਦਿੱਤਾ। ਕਿਸਾਨਾਂ ਨੇ ਕਿਹਾ ਸੀਗਾ ਕਿ ਇਹ ਰੈਲੀਆਂ ਦਾ ਅਸੀਂ ਵਿਰੋਧ ਕਰਾਂਗੇ, 6 ਦਿਨ ਲਈ ਪੋਸਟਪੋਨ ਕਰ ਦਿੱਤਾ ਗਿਆ ਇਹਨਾਂ ਨੂੰ। ਉਹ ਪੋਸਟਪੋਨ ਪਿੱਛੇ ਮੈਂ ਤਾਂ ਇਹ ਬੇਨਤੀ ਕੀਤੀ ਆ, ਇਹ ਪੋਸਟਪੋਨ ਦੇ ਪਿੱਛੇ ਲੋਕਾਂ ਨੂੰ ਭੰਬਲ ਭੂਸਾ ਖੜਾ ਕਰਨਾ ਸੀ। ਲੋਕਾਂ ਨੂੰ ਇਹ ਦੱਸਣ ਵਾਸਤੇ ਲਿਆ ਕੇ ਫੋਟੋਆਂ ਵੀ ਇਹ ਫਲਾਨੀ ਪਾਰਟੀ ਨਾਲ ਸੰਬੰਧਿਤ, ਇਹ ਫਲਾਨੀ ਪਾਰਟੀ ਨਾਲ ਸੰਬੰਧਿਤ ਆਇਆ ਕਿ ਇਹਨਾਂ ਨੂੰ ਆਪਣੀ ਸਦਾ ਦੇ ਦਿਨ ਭੁੱਲ ਗਏ। ਪੋਸਟਰ ਲਾਉਣ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਲੋਕ ਐਂਡ ਅਣਪਛਾਤੀ ਪੁਲਿਸ ਅੱਜ ਕਿਸਾਨ ਅੰਦੋਲਨ ਤੋਂ ਲੋਕਾਂ ਨੂੰ ਤੋੜਨ ਵਾਸਤੇ, ਅੱਜ ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ 6 ਦਿਨ ਦਾ ਇਹ ਤਾਰਪੀਡੋ ਕਰਕੇ ਡਰਾਮਾ ਕੀਤਾ ਜਾ ਰਿਹਾ। ਇਹ ਤੁਰੰਤ ਅਨਾਉਂਸ ਕਰਨ ਕਿ ਜੋ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਹੁਕਮ ਕਰੂਗਾ, ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਜਮਾਤਾਂ ਤੇ ਪਾਰਟੀਆਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਹੋਏ ਹਰ ਹੁਕਮ ਦੇ ਉੱਤੇ ਪਹਿਰਾ ਚੜਾਉਣਗੀਆਂ, ਫੁੱਲ ਚੜਾਉਣਗੀਆਂ। ਕੱਲ ਅਕਾਲੀ ਦਲ ਦੇ ਵਿਧਾਇਕ ਨੇ ਪਰਸੋਂ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਉਹਨਾਂ ਨੇ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਨੇ ਕਿ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ। ਦੇਖੋ, ਮੈਨੂੰ ਉਮੀਦ ਨਹੀਂ ਸੀ ਕਿ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਜਿਨ੍ਹਾਂ ਨੂੰ ਸੌਫਟ ਕਾਰਨਰ ਲੀਡਰ ਕਿਹਾ ਜਾਂਦਾ, ਉਹ ਇਦਾਂ ਦੀ ਬਾਹਯਾਤੀ ਵਾਲੀ ਪ੍ਰੈਸ ਕਾਨਫਰੰਸ ਕਰਨਗੇ। ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਉਹਨਾਂ ਨੇ ਪੋਸਟਰ ਜਾਰੀ ਕੀਤੇ ਆ ਕਿ ਇਹ ਫਲਾਨੀ ਪਾਰਟੀ ਦਾ, ਇਹ ਫਲਾਨੀ ਪਾਰਟੀ ਦਾ, ਉਹ ਲੋਕ ਖੁਦ ਪ੍ਰੈਸ ਕਾਨਫਰੰਸਾਂ ਕਰ ਰਿਹਾ ਕਿ ਸਾਡਾ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ, ਅਸੀਂ ਕਿਸੇ ਪਾਰਟੀ ਦੇ ਅਹੁਦੇਦਾਰ ਨਹੀਂ, ਅਸੀਂ ਫਸਟ ਆਫ ਆਲ ਕਿਸਾਨ ਹੈ। ਸਭ ਤੋਂ ਪਹਿਲਾਂ ਅਸੀਂ ਕਿਸਾਨ ਆ, ਸਾਨੂੰ ਕਿਸਾਨੀ ਦੇ ਉੱਤੋਂ ਹੋਰ ਕੋਈ ਗੱਲ ਵੀ ਜਿਹੜੀ ਆ ਉਹ ਉੱਤੇ ਨਹੀਂ, ਸਾਡੇ ਵਾਸਤੇ ਕਿਸਾਨੀ ਉੱਤੇ ਆ। ਸੋ ਹੁਣ ਤਾਂ ਮੇਰੇ ਕਹਿਣ ਦੀ ਵੀ ਗੁੰਜਾਇਸ਼ ਨਹੀਂ,
ਹੁਣ ਤਾਂ ਉਹ ਲੀਡਰ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਦੂਸਰੀਆਂ ਪਾਰਟੀਆਂ ਦੇ ਮੈਂਬਰ ਤੇ ਅਹੁਦੇਦਾਰ ਹੋਣ ਦਾ ਦੋਸ਼ ਲਾਇਆ, ਉਹ ਖੁਦ ਕੈਮਰੇ ਦੇ ਸਾਹਮਣੇ ਆ ਕੇ ਸਾਰਾ ਕੁਝ ਸਪਸ਼ਟ ਕਰ ਰਹੇ ਆ। ਬੈਂਸ ਸਾਹਿਬ, ਪੰਜਾਬ ਵਿਧਾਨ ਸਭਾ ਚੋਣਾਂ ਆ ਰਹੀ ਹੈ। ਚੜੂਨੀ ਸਾਹਿਬ ਪਹਿਲੇ ਹੀ ਕਹਿ ਚੁੱਕੇ ਆ ਵੀ ਕਿਸਾਨਾਂ ਨੂੰ ਇਕਜੁੱਟ ਹੋ ਕੇ ਚੋਣਾਂ ਲੜਨੀ ਚਾਹੀਦੀਆਂ। ਲੋਕ ਇਨਸਾਫ ਪਾਰਟੀ ਸਿਮਰਜੀਤ ਬੈਂਸ ਕਿੱਦਾਂ ਦੇਖਦੇ ਆ ਕਿ ਕੀ ਕਿਸਾਨਾਂ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ, ਕੀ ਚੋਣਾਂ ਲੜਨੀ ਚਾਹੀਦੀਆਂ? ਦੇਖੋ, ਕ੍ਰਾਈਸਿਸ ਆਫ ਲੀਡਰਸ਼ਿਪ ਇਨ ਪੰਜਾਬ, ਪਿਛਲੇ ਤੁਸੀਂ ਮੇਰਾ ਖਿਆਲ 40-45 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਾਬਜ਼ ਚੰਦ ਪਰਿਵਾਰਾਂ ਦਾ ਗਲਬਾ, ਚੰਦ ਪਰਿਵਾਰਾਂ ਦੇ ਨਾਮ ਤੁਸੀਂ ਟਿਪਸ ਦੇ ਉੱਤੇ ਗਿਣ ਸਕਦੇ ਹੋ। ਇਹ ਕ੍ਰਾਈਸਿਸ ਕਿੱਥੋਂ ਟੁੱਟਣਾ? ਇਹ ਕ੍ਰਾਈਸਿਸ ਅੰਦੋਲਨਾਂ ਦੇ ਵਿੱਚ ਹੁਣ ਕਿੰਨੇ ਕਿਸਾਨ ਸ਼ਹਾਦਤ ਤੇ ਜਾਮ ਪੀ ਗਏ। ਸੋ ਜਿਹੜਾ ਚੜੂਨੀ ਸਾਹਿਬ ਦਾ ਬਿਆਨ ਆ, ਸੰਜੀਦਗੀ ਦੇ ਨਾਲ ਸਾਰੀ ਲੀਡਰਸ਼ਿਪ ਨੂੰ ਉਹਨਾਂ ਦੇ ਬਿਆਨ ਦੀ ਚੰਗੇ ਤਰੀਕੇ ਸਮੀਖਿਆ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਈ ਭ੍ਰਿਸ਼ਟਾਚਾਰ ਦੀ ਦਲਦਲ ਨੂੰ ਸਮਾਪਤ ਕਰਨ ਵਾਸਤੇ ਜਿਹੜਾ ਉਹਨਾਂ ਦਾ ਬਿਆਨ ਆ ਉਹ ਬੜਾ ਅਰਥਪੂਰਨ ਆ, ਉਹਦੇ ਬੜੇ ਡੂੰਘੇ ਅਰਥ ਆ। ਇਹਦੇ ਉੱਤੇ ਜ਼ਰੂਰ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ। ਇੱਕ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਵੀ ਤੁਸੀਂ ਜ਼ਿਕਰ ਕੀਤਾ ਸੀਗਾ। ਦੇਖੋ, ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਮੈਂ ਇਹ ਸਮਝੂਗਾ ਪੰਜਾਬ ਦੇ ਲੋਕਾਂ, ਦੇਸ਼ ਦੇ ਲੋਕਾਂ ਤੇ ਖਾਸ ਕਰਕੇ ਸਿੱਖ ਆਵਾਮ ਵਾਸਤੇ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਦਿਹਾੜਾ ਆਪਾਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਦੇਖਣ ਤੇ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ। ਅਕਾਲੀ ਦਲ ਜਿਹੜਾ 10 ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ, ਤੇ ਅੱਜ ਬਾਦਲ ਕੁਲਵੇ ਨੇ ਕੀ ਸਾਬਤ ਕੀਤਾ? ਇੱਕ ਦਿਨ ਦਾ ਇਹ ਸਮਾਗਮ ਵਿਧਾਨ ਸਭਾ ਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਦਿਹਾੜੇ ਦੀ ਉਪਮਾ ਦੇ ਵਿੱਚ ਉਹਨਾਂ ਦੁਆਰਾ ਦਿੱਤੀ ਗਈ ਕੁਰਬਾਨੀ ਦੇ ਪੂਰੇ ਦੁਨੀਆ 'ਚ ਵਸਦੇ ਲੋਕਾਂ ਨੂੰ ਜਾਣਕਾਰੀਆਂ ਦੇਣ ਵਾਸਤੇ ਇੱਕ ਦਿਨ ਦਾ ਸੈਸ਼ਨ, ਤੇ ਇਹਨਾਂ ਕੋਲੋਂ ਇੱਕ ਦਿਨ ਦਾ ਸੈਸ਼ਨ ਵੀ ਜਰਿਆ ਨਹੀਂ ਗਿਆ। ਉਹ ਯਾਰ, ਤੁਸੀਂ ਰਾਜਨੀਤੀ ਕਰਨੀ ਆ ਕਰ ਲਿਓ, ਕਮ ਸੇ ਕਮ ਇੱਕ ਦਿਨ ਤਾਂ ਛੱਡ ਦਿਓ। ਪਹਿਲਾਂ ਤੁਸੀਂ ਨਟੰਕੀ ਬਾਹਰ ਵਿਧਾਨ ਸਭਾ ਦੇ ਕੀਤੀ, ਫਿਰ ਤੁਸੀਂ ਅੰਦਰ ਠੋਕੋ ਤਾਲੀ ਤੇ ਕੈਪਟਨ ਅਮਰਿੰਦਰ ਦਾ ਨਾਮ ਲੈ ਕੇ ਵੋਟਾਂ ਦੀ ਗੱਲ ਕੀਤੀ। ਆਇਆ ਇੱਕ ਦਿਨ, ਜੇ ਤੁਸੀਂ ਰਾਜਨੀਤੀ ਨਾ ਕਰਦੇ, ਇਦਾਂ ਦੀਆਂ ਬੇਤੁਕੀਆਂ ਬੇਹੂਦਾ ਹਰਕਤਾਂ ਨਾ ਕਰਦੇ, ਤਾਂ ਕੀ ਹੋਣ ਲੱਗਿਆ ਸੀ? ਤੁਸੀਂ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਕਹਿੰਦੇ ਹੋ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਤਬਦੀਲ ਕੀਤਾ ਜਾਵੇ। ਇਹ ਗੱਲ ਤੁਸੀਂ ਹਾਊਸ ਚੱਲਣ ਦਿੰਦੇ, ਤੁਸੀਂ ਇਹ ਗੱਲ ਹਾਊਸ ਦੇ ਵਿੱਚ ਰੱਖਦੇ। ਸੋ ਮੈਂ ਇਹ ਕਹੂੰਗਾ ਕਿ ਸੱਤਾ ਪ੍ਰਾਪਤੀ ਵਾਸਤੇ ਜਿਹੜੇ ਸਿਧਾਂਤ ਸੀਗੇ ਅਕਾਲੀ ਦਲ ਦੇ, ਉਹ ਬਾਦਲ ਕੁਨਵੇ ਨੇ ਪੈਰਾਂ ਥੱਲੇ ਦਰੜੇ ਹੋਏ। ਐਸ ਸਾਹਿਬ, ਇੱਕ ਸੰਜੇ ਸਿੰਘ ਦੇ ਖਿਲਾਫ ਜਿਹੜਾ ਕੱਲ ਗ੍ਰਿਫਤਾਰੀ ਲਈ ਵਾਰੰਟ ਜਾਰੀ ਹੋ ਗਿਆ ਹੈ, ਜਿਹੜਾ ਮਾਨਹਾਨੀ ਦਾ ਕੇਸ ਕੀਤਾ ਹੋਇਆ ਹੈ, ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਦੇਖੋ, ਜਿਹੜੀ ਅਦਾਲਤੀ ਪ੍ਰਕਿਰਿਆ ਉਹਦੇ 'ਚ ਮੈਂ ਕੋਈ ਦਖਲਅੰਦਾਜ਼ੀ ਕਰਾਂ ਮੇਰੇ ਵਾਸਤੇ ਚੰਗੀ ਗੱਲ ਨਹੀਂ। ਵਿਦ ਡਿਊ ਕੋਰਸ ਆਫ ਲਾ, ਨਿਯਮ ਕੀ ਕਹਿੰਦੇ ਆ, ਉਹ ਕਿਵੇਂ ਆ ਕੇ ਸਰੈਂਡਰ ਕਰਕੇ ਜ਼ਮਾਨਤ ਲੈ ਸਕਦੇ, ਡੈਫਾਮੇਸ਼ਨ ਆ। ਇਹ ਕੋਈ ਬੜੀ ਵੱਡੀ ਗੱਲ ਨਹੀਂ। ਕਿਤੇ ਹੋ ਸਕਦਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਫੀਅਤ ਕਾਰਨ ਕੋਈ ਡੇਟ ਮਿਸ ਕਰ ਗਏ ਹੋਣ ਤੇ ਉਹਨਾਂ ਦੇ ਨਾਨ ਅਵੇਲੇਬਲ ਵਾਰੰਟ ਜਿਹੜੇ ਜਾਰੀ ਹੋ ਗਏ, ਐਂਡ ਉਹ ਮਾਨਯੋਗ ਅਦਾਲਤ ਦੇਖੂਗੀ ਕਿ ਉਹ ਜਦੋਂ ਆ ਕੇ ਪੇਸ਼ ਹੁੰਦੇ ਆ ਤੇ ਉਹਨਾਂ ਨੇ ਕੀ ਕਰਨਾ। ਜੀ, ਹਰਜੀਤ ਗਰੇਵਾਲ ਦਾ ਇੱਕ ਕਹਿਣਾ ਬਿਆਨ ਆਇਆ ਜੀ ਵੀ ਮਾਹੌਲ ਖਰਾਬ ਕਰ ਰਹੇ ਨੇ। ਉਹ ਜਾਣ ਕੇ ਅੱਜ ਸੰਯੁਕਤ ਮੋਰਚੇ ਵੱਲੋਂ ਉੱਤੇ ਮਹਾਪੰਚਾਇਤ ਕੀਤੀ ਹੈ ਤੇ ਦੂਜੇ ਪਾਸੇ ਕਹਿ ਰਹੇ ਨੇ ਕਾਨੂੰਨ ਵਾਪਸ ਨਹੀਂ ਦਿੱਤੇ ਜਾਂਦੇ। ਇਹ ਬੀਜੇਪੀ ਕਿਤਨੇ ਹਰਜੀਤ ਗਰੇਵਾਲ ਨੂੰ ਪੁੱਛਦਾ ਕੌਣ ਆ ਦੋਸਤ? ਮੇਰਾ ਨਹੀਂ ਖਿਆਲ ਉਹਨਾਂ ਦੀ ਕੇਂਦਰੀ ਹਾਈ ਕਮਾਂਡ ਦੇ ਅੰਦਰ ਕੋਈ ਕੁਝ ਪ੍ਰਤੀਤ ਹੋਵੇ। ਹਾਂ, ਤੁਹਾਡੇ ਮੀਡੀਆ ਨੇ ਉਹਨਾਂ ਨੂੰ ਬੜੀ ਮਾਈਲੇਜ ਦਿੱਤੀ ਹੋਈ ਹੈ, ਕਿਉਂਕਿ ਉਹ ਇਸ ਤਰੀਕੇ ਦੇ ਬਿਆਨ ਦਿੰਦੇ ਆ। ਮੀਡੀਆ ਉਹਨਾਂ ਨੂੰ ਫਿਰ ਬਿਆਨਾਂ ਨੂੰ ਚੰਗੀ ਅਹਿਮੀਅਤ ਦੇ ਕੇ ਸੁਰਖੀਆਂ ਦੇ ਵਿੱਚ ਲੈ ਕੇ ਆਉਂਦਾ। ਹਰਜੀਤ ਗਰੇਵਾਲ ਜੀ ਪੰਜਾਬ ਦੇ ਜੰਮਪਲ ਆ। ਮੇਰੀ ਰਿਕੁਐਸਟ ਆ, ਮੇਰੀ ਬੇਨਤੀ ਆ ਕਿ ਤੁਹਾਨੂੰ ਤਾਂ ਇਹ ਚਾਹੀਦਾ ਸੀ, ਤੁਸੀਂ ਖੁਦ ਫਾਰਮਰ ਹੋ, ਤੁਸੀਂ ਖੁਦ ਕਿਸਾਨ ਪਰਿਵਾਰ ਦੇ ਵਿੱਚੋਂ, ਤੁਹਾਨੂੰ ਇਹ ਚਾਹੀਦਾ ਸੀ ਕਿ ਸਮੁੱਚੀ ਪੰਜਾਬ ਦੀ ਬੀਜੇਪੀ ਨੂੰ ਯੂਨਾਈਟ ਕਰਕੇ ਅਲਟੀਮੇਟਮ ਦੇ ਕੇ ਆਉਂਦੇ ਅਮਿਤ ਸ਼ਾਹ ਤੇ ਮੋਦੀ ਸਾਹਿਬ। ਇਹ ਕਹਿ ਕੇ ਆਉਂਦੇ ਵੀ ਜੇ ਕਾਨੂੰਨ ਰੱਦ ਨਾ ਹੋਏ ਤਾਂ ਅਸੀਂ ਸਮੂਹ ਰੂਪ ਦੇ ਵਿੱਚ ਬੀਜੇਪੀ ਤੋਂ ਰਿਜ਼ਾਈਨ ਕਰ ਦੇਵਾਂਗੇ। ਅੱਜ ਦੁੱਖ ਤੇ ਅਫਸੋਸ ਹੈ ਕਿ ਵਿਚਾਰੀ ਫੀਮੇਲ ਕੁੜੀ ਪੱਤਰਕਾਰ, ਉਹਨੂੰ ਹਰਜੀਤ ਗਰੇਵਾਲ ਸਾਹਿਬ ਉਮਰ ਦੇ ਤਕਾਜ਼ੇ ਦੇ ਵਿੱਚ ਵੱਡੇ ਆ, ਸੂਝਵਾਨ ਆ, ਇਹ ਕਹਿਣ ਵੀ ਤੈਨੂੰ ਤੇਰੇ ਬਾਪ ਦਾ ਪਤਾ ਵੀ ਤੇਰਾ ਬਾਪ ਕੌਣ ਹੈ। ਇਦੋਂ ਨੀਚ ਤੇ ਘਟੀਆ ਕੋਈ ਗੱਲ ਕਹੀ ਨਹੀਂ ਜਾ ਸਕਦੀ ਜਿੱਡੀ ਉਹਨਾਂ ਨੇ ਨੀਚ ਤੇ ਘਟੀਆ ਗੱਲ ਇੱਕ ਪੱਤਰਕਾਰ, ਫੀਮੇਲ ਪੱਤਰਕਾਰ ਵਾਸਤੇ ਕਹੀ। ਅੱਛਾ, ਬੈਂਸ ਸਾਹਿਬ, ਇੱਕ 2022 ਦੇ ਚੁਣਾਵ ਨੂੰ ਲੈ ਕੇ, ਕਿਉਂਕਿ 2017 ਦੇ ਵਿੱਚ ਤੁਸੀਂ ਆਪਣਾ ਗੱਠਜੋੜ ਕੀਤਾ ਸੀ ਆਮ ਆਦਮੀ ਪਾਰਟੀ ਦੇ ਨਾਲ, ਇਸ ਵਾਰੀ ਵੀ ਲੋਕ ਇਨਸਾਫ ਪਾਰਟੀ ਕਿਸੇ ਪਾਰਟੀ ਦੇ ਨਾਲ ਜੁੜ ਸਕਦੀ ਹੈ? ਦੇਖੋ, ਸਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ, ਮੈਂ ਬਾਰ-ਬਾਰ ਇਹ ਗੱਲ ਦੁਹਰਾਉਣਾ ਕਿ ਵੋਟਾਂ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਜਿਹੜਾ ਕਿਸਾਨ ਮੋਰਚਾ, ਜਿਹਦੇ ਵਿੱਚ ਸੈਂਕੜੇ ਸ਼ਹਾਦਤਾਂ ਹੋ ਚੁੱਕੀਆਂ ਨੇ, ਬਜ਼ੁਰਗ ਰੁਲ ਰਹੇ ਆ, ਉਹ ਜਿੱਤਣਾ ਜ਼ਰੂਰੀ ਆ।
ਉਹਨੂੰ ਤਾਕਤਵਰ ਕਰਨਾ, ਲੋਕਾਂ ਨੂੰ ਮੋਟੀਵੇਟ ਕਰਕੇ ਉਸ ਮੋਰਚੇ ਦੇ ਵਿੱਚ ਲੈ ਕੇ ਜਾਣਾ। ਵੋਟਾਂ ਇਹ ਕਾਲੇ ਕਾਨੂੰਨ ਸਮਾਪਤ ਕਰਕੇ ਮੋਰਚਾ ਸਫਲ ਹੋ ਕੇ ਪੰਜਾਬ 'ਚ ਆ ਜਾਵੇ, ਫਿਰ ਸਾਰਾ ਕੁਝ ਹੀ ਓਕੇ ਆ। ਕੌਣ ਕਿਹਦੇ ਨਾਲ ਗੱਠਜੋੜ ਕਰਦਾ ਇਹ ਗੱਲਾਂ ਸੈਕੰਡਰੀ ਨੇ। नहीं सर, वो तो ठीक है, पर हाल ही फिलहाल हर एक पार्टी ने अपने आप की तैयारी शुरू कर दी है 2022 के चुनाव की, और लोक इंसाफ पार्टी किस पद्धर से 2022 के चुनाव में देखती है? ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ। ਇਹ ਲੋਕ ਤਾਂ ਪੌਣੇ 5 ਸਾਲ ਆਰਾਮ ਕਰਦੇ ਆ, ਐਸ਼ਪ੍ਰਸਤੀ ਕਰਦੇ ਆ, ਤੇ ਪਿਛਲੇ ਜਿਹੜੇ 3-4 ਮਹੀਨੇ ਉਹਦੇ 'ਚ ਆ ਕੇ ਫਿਰ ਇਹ ਗੱਠਜੋੜ, ਉਹਦੇ 'ਚ ਆ ਕੇ ਸਟ੍ਰੈਟਜੀਆਂ ਬੜਾ ਕੁਝ ਕਰਦੇ ਆ। ਸੋ ਲੋਕ ਇਨਸਾਫ ਪਾਰਟੀ ਤਾਂ ਇਹ ਕਹਿਣਾ ਕਿ 5 ਸਾਲ ਲੋਕਾਂ ਵਾਸਤੇ ਸਮਰਪਿਤ ਆ, ਕਰਪਸ਼ਨ ਦੇ ਖਿਲਾਫ ਲੜਾਈ ਲੜਨ ਦੇ ਵਿੱਚ ਸਮਰਪਿਤ ਹੈਗੀ ਆ। ਰਹਿ ਗਈ ਗੱਲ ਅਲਾਇੰਸ ਦੀ, ਮੈਂ ਪਹਿਲਾਂ ਕਿਹਾ ਵੀ ਹਜੇ ਅਲਾਇੰਸ ਵਾਲੇ ਪਾਸੇ ਕੋਈ ਫੋਕਸ ਨਹੀਂਗਾ। ਫੋਕਸ ਸਿਰਫ ਤੇ ਸਿਰਫ ਕਿਸਾਨ ਮੋਰਚਾ, ਕਾਲੇ ਕਾਨੂੰਨ ਸਮਾਪਤ ਕਰਕੇ ਜਿੱਤ ਤੇ ਫਤਿਹ ਦੇ ਝੰਡੇ ਕਿੱਦਾਂ ਕੱਢਣੇ ਉਹਦੇ ਤੇ ਫੋਕਸ ਹੈ। सर 117 सीटां उत्ते लोक इंसाफ पार्टी ਸਾਡਾ ਯੂਨਿਟ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆ, ਕਿਤੇ ਬੜੇ ਦਿੱਗਜ ਆ, ਕਿਤੇ ਅਸੀਂ ਵੀਕ ਵੀ ਹੈਗੇ ਆ, ਪਰ ਸਾਡੇ ਕੋਲੇ ਜਥੇਬੰਦਕ ਢਾਂਚਾ ਸਾਰੇ ਜ਼ਿਲ੍ਹਿਆਂ ਦੇ ਅੰਦਰ ਤੇ 117 ਵਿਧਾਨ ਸਭਾ ਹਲਕਿਆਂ ਦੇ ਅੰਦਰ ਢਾਂਚਾ ਹੈਗਾ। ਚੰਗੇ ਲੋਕ ਜਿਹੜੇ ਆ, ਟ੍ਰੈਡੀਸ਼ਨਲ ਪੋਲਿਟਿਕਸ ਕਰਨ ਵਾਲੇ ਨਹੀਂ, ਚੰਗੇ, ਜਿਵੇਂ ਉਹ ਮੋਗੇ ਦੇ ਵਿੱਚ ਤੁਸੀਂ ਕਦੇ ਕਿਸੇ ਪਾਰਟੀ ਦਾ ਕੋਈ ਲੀਡਰ ਦੇਖਿਆ ਹੋਵੇ ਵੀ ਉਹ ਕਰਪਟ ਕਿਸੇ ਸਰਕਾਰੀ ਅਫਸਰ ਨੂੰ ਮੌਕੇ ਦੇ ਉੱਤੇ ਬੇਨਕਾਬ ਕਰਦਾ ਹੋਵੇ, ਮੌਕੇ ਦੇ ਉੱਤੇ ਰਿਸ਼ਵਤ ਦੇ ਪੈਸੇ ਵਾਪਸ ਕਰਾਉਂਦਾ ਹੋਵੇ? ਆ 2 ਦਿਨ ਪਹਿਲਾਂ ਦੀ ਗੱਲ ਆ ਮੋਗੇ ਦੇ ਵਿੱਚ। ਸੋ ਲੋਕ ਇਨਸਾਫ ਪਾਰਟੀ ਦਾ ਯੂਨਿਟ 117 ਪੰਜਾਬ ਵਿਧਾਨ ਸਭਾ ਦੇ ਹਲਕਿਆਂ ਦੇ ਵਿੱਚ ਆ, ਐਂਡ ਸਾਰੇ ਜ਼ਿਲ੍ਹਿਆਂ ਦੇ ਅੰਦਰ ਬਾਖੂਬੀ ਕੰਮ ਕਰ ਰਿਹਾ। ਪਰ ਫਿਲਹਾਲ ਅਸੀਂ ਜਿਹੜਾ ਕਿਸਾਨ ਮੋਰਚਾ ਹੈਗਾ, ਕਿਸਾਨ ਅੰਦੋਲਨ ਆ, ਉਹਦੇ ਤੇ ਫੋਕਸ ਵੀ, ਉਹਦੇ 'ਚ ਜੋ ਅਸੀਂ ਕਰ ਸਕਦੇ ਆ ਉਹਦੇ ਲਈ ਵੱਧ ਤੋਂ ਵੱਧ ਕਰਦੇ। ਭੈਣ ਸਾਹਿਬ, ਲਾਸਟ ਸਵਾਲ ਆ। ਅੰਮ੍ਰਿਤਸਰ ਦੇ ਵਿੱਚ ਬੋਰਡ ਲਗਾਏ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ 7 ਤਰੀਕ ਨੂੰ ਕੋਈ ਵੱਡਾ ਐਲਾਨ ਕਰ ਸਕਦੇ ਨੇ, ਇੱਕ ਸਮਾਰਟਫੋਨ ਦੀ ਦਿੱਖ ਦਿੱਤੀ ਹੈ, ਔਰ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਐਲਾਨ ਕਰਨਗੇ। ਅੱਲਾ ਦੀਆਂ ਮੌਲਾ ਹੀ ਜਾਣੇ, ਹੁਣ ਨਵਜੋਤ ਸਿੱਧੂ ਜੀ ਜਾਣਨ ਤੇ ਜਾਂ ਜਿਹਨੇ ਬੋਰਡ ਲਾਏ ਉਹ ਜਾਣੇ। ਹੁਣ ਸਾਨੂੰ ਕੀ ਪਤਾ ਉਹ ਕਾਂਗਰਸ ਪਾਰਟੀ ਦੇ ਪ੍ਰਦੇਸ਼ ਅਧਿਕਸ਼ ਆ, ਉਹਨਾਂ ਨੇ ਕਿਹੜੀ ਸਕੀਮ ਸਟਾਰਟ ਕਰਨੀ ਆ, ਜਾਂ ਉਹਨਾਂ ਦੇ ਵਿਧਾਇਕਾਂ ਨੇ ਜਿਨ੍ਹਾਂ ਨੇ ਬੋਰਡ ਲਾਏ ਆ ਉਹਨਾਂ ਨੇ ਕਿਹੜੀ ਸਕੀਮ ਲਾਂਚ ਕਰਨੀ। ਪਰ ਮੈਂ ਇਹ ਗੱਲ ਜ਼ਰੂਰ ਯਾਦ ਕਰਾਂਗਾ ਕਿ 2017 ਦੇ ਵਿੱਚ ਕੀਤੇ ਹੋਏ ਵਾਅਦੇ ਅੱਜ ਲੋਕ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਆ, ਚਾਹੇ ਉਹ ਨੌਕਰੀਆਂ ਦਾ ਵਾਅਦਾ, ਚਾਹੇ ਉਹ ਸਮਾਰਟਫੋਨ ਦਾ ਵਾਅਦਾ, ਤੇ ਚਾਹੇ ਦੂਸਰੇ ਤੀਸਰੇ ਕਰਜ਼ਾ ਮਾਫੀ ਵਾਲੇ ਵਾਅਦੇ। ਪੂਰਾ ਕੀ ਹੋਇਆ ਉਹਨਾਂ 'ਚ? ਹੁਣ ਤੁਸੀਂ 7 ਤਰੀਕ ਦੇ ਬੋਰਡ ਦੇ ਵਿੱਚੋਂ ਕੀ ਨਿਕਲਦਾ ਇਹ ਵੀ ਦੇਖ ਲੈਂਦੇ ਆ ਵੀ ਉਹਦੇ 'ਚੋਂ ਕਿਹੜਾ ਸੱਪ ਬਾਹਰ ਕੱਢਦੇ ਆ। ਜੀ, ਪਰਮਜੀਤ ਸਿੰਘ ਪੰਨੂ ਦਾ ਇੱਕ ਵੀਡੀਓ ਜਾਰੀ ਹੋਇਆ ਜਿਹਦੇ ਵਿੱਚ ਉਹਨਾਂ ਨੇ ਦਿੱਲੀ 에ਅਰਪੋਰਟ ਘੇਰਨ ਦੀ ਗੱਲ ਕੀਤੀ ਹੈ, ਕਿਸਾਨ ਮੋਰਚੇ ਨੂੰ, ਕਿਸਾਨੀ ਜਿਹੜੇ ਅੰਦੋਲਨ 'ਚ ਚੱਲ ਰਹੇ ਨੇ ਉਹਨਾਂ ਦੇਖੋ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ ਆ ਬੜੇ ਸੂਝਵਾਨ ਆ। ਉਹ ਮੈਂ ਕੋਈ ਰਾਏ ਦੇ ਦੇਵਾਂ, ਕੋਈ ਪੰਨੂ ਰਾਏ ਦੇ ਦੇਵੇ, ਦੂਸਰਾ ਤੀਸਰਾ ਦੇ ਦੇਵੇ, ਕੋਈ ਮਹੱਤਵ ਨਹੀਂ ਰੱਖਦਾ। ਇੰਨਾ ਵੱਡਾ ਅੰਦੋਲਨ ਇੰਨੇ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਸੂਝਵਾਨਤਾ ਤੇ ਸ਼ਾਲੀਨਤਾ ਦੇ ਨਾਲ ਪੂਰੇ ਪੀਸਫੁਲ ਤਰੀਕੇ ਦੇ ਨਾਲ ਚਲਾਉਣਾ, ਇਹ ਬਹੁਤ ਵੱਡਾ ਇੱਕ ਟਾਰਗੇਟ ਸੀਗਾ ਜਿਹੜਾ ਅਚੀਵ ਕੀਤਾ ਸੰਯੁਕਤ ਕਿਸਾਨ ਮੋਰਚੇ ਦੀ ਸੂਝਵਾਨਤਾ, ਉਹਨਾਂ ਦੇ ਲੀਡਰ ਦੀ ਸੂਝਵਾਨਤਾ। ਸੋ ਕਿਸੇ ਦੀਆਂ ਰਹਿਮਾਂ ਉਹਨਾਂ ਨੂੰ ਮੇਰਾ ਖਿਆਲ ਜ਼ਰੂਰਤ ਨਹੀਂ, ਉਹ ਬੜਾ ਬਾਖੂਬੀ ਜਾਣਦੇ ਆ ਕਿ ਮੋਰਚੇ ਦੇ ਵਿੱਚੋਂ ਸਫਲਤਾ ਕਿੱਦਾਂ ਪ੍ਰਾਪਤ ਕਰਨੀ। ਆਮ ਆਦਮੀ ਪਾਰਟੀ ਅੱਜ ਬਿਜਲੀ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਵੀ। ਕੀ ਲੱਗਦਾ ਕਿ ਬਿਜਲੀ ਦੇ ਮੁੱਦੇ ਨੂੰ ਲੈ ਕੇ ਹਰੇਕ ਪਾਰਟੀਆਂ ਆਪਣੇ ਆਪ ਨੂੰ ਪ੍ਰੂਫ ਕਰਨ ਤੇ ਲੱਗੀਆਂ? ਲੋਕ ਜਿਹੜੀ ਕਾਂਗਰਸ ਹੈਗੀ, ਜਿਹੜੀ ਮੌਜੂਦਾ ਸਰਕਾਰ ਹੈਗੀ, ਉਹ ਵੀ ਆਪਣੇ ਆਪ ਨੂੰ ਬਿਜਲੀ ਦੇ ਮੁੱਦੇ ਦੀ ਗੱਲ ਕਰ ਰਹੀ ਹੈ, ਪਰ ਬਿਜਲੀ ਸਸਤੀ ਨਹੀਂ ਕਰ ਰਹੀ। ਦੇਖੋ, ਬਿਜਲੀ ਮਹਿੰਗੀ ਤਾਂ 2017 ਤੋਂ ਲੈ ਕੇ ਹੁਣ ਤੱਕ ਮਹਿੰਗੀ ਰਹੀ ਹੈ। ਮੇਰੇ ਦੋਸਤ ਪਹਿਲਾਂ ਕਿੱਥੇ ਸੀਗੇ ਜਿਹੜੇ ਅੱਜ ਇਹ ਕਹਿੰਦੇ ਆ ਵੀ ਬਿਜਲੀ ਮਹਿੰਗੀ ਆ, ਰੌਲਾ ਪਾ ਰਹੇ ਆ। ਸੋ ਠੀਕ ਆ, ਬਿਜਲੀ ਜ਼ਰੂਰ ਸਸਤੀ ਹੋਣੀ ਚਾਹੀਦੀ ਆ। ਤੁਸੀਂ ਅੱਜ ਬਿਜਲੀ ਮੁਫਤ ਦੀਆਂ ਗੱਲਾਂ ਕਰੋ। ਸਾਡੇ ਕੋਲੇ 3 ਲੱਖ ਕਰੋੜ ਦਾ ਕਰਜ਼ਾ ਸਾਡੇ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਉੱਤੇ। ਹਾਊ ਕੈਨ ਇਟ ਪੋਸੀਬਲ ਕਿ ਅਸੀਂ ਆ ਵੀ ਫ੍ਰੀ, ਆ ਵੀ ਫ੍ਰੀ, ਆ ਵੀ ਫ੍ਰੀ? ਇਹ ਸਿਰਫ ਤੇ ਸਿਰਫ ਵੋਟਾਂ ਵਟੋਰਨ ਦੀ ਰਾਜਨੀਤੀ ਤੋਂ ਇਲਾਵਾ ਕੁਝ ਵੀ ਨਹੀਂ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਸੋਰਸ ਆਫ ਇਨਕਮ ਕੀ ਆ। ਖਜ਼ਾਨਾ ਖਾਲੀ ਜਿਹੜਾ 3 ਲੱਖ ਕਰੋੜ ਦਾ ਕਰਜ਼ਾ, ਉਹ ਕਰਜ਼ਾ ਉਤਾਰਨ ਦਾ ਸਾਡੇ ਕੋਲ ਜਰੀਆ ਕੀ ਹੈ, ਸਾਡੇ ਕੋਲੇ ਆਮਦਨ ਦੇ ਸਰੋਤ ਕੀ ਹੈ? ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਆ ਵੀ ਇਹ ਸਭ ਵੋਟਾਂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਪਾਰਟੀਆਂ, ਲੀਡਰ, ਝੂਠੇ ਵਾਅਦੇ ਤੇ ਮੁਫਤਖੋਰੀ ਵਾਸਤੇ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਇਹਨਾਂ ਦਾ ਟੂਲ ਬਣਾਇਆ ਹੈ, ਨਥਿੰਗ ਐਲਸ। ਥੈਂਕ ਯੂ।